ਬੁੱਧ ਜੀਵਨ ਅਤੇ ਸਿੱਖਿਆਵਾਂ ਗਰੁੱਪ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ। ਆਪ ਸਭ ਦਾ ਤਮਬੰਧੂ ਦੇਵ ਸੁਮਨ ਇੰਗਲੈਂਡ ਗਰੁੱਪ ਦੇ ਸਭ ਸਤਿਕਾਰਯੋਗ ਸੂਝਵਾਨ ਸਾਥੀਆਂ ਦੇ ਬਹੁਤ ਹੀ ਗਿਆਨ ਭਰਪੂਰ ਵਿਚਾਰ ਸੁਣਨ ਨੂੰ ਮਿਲ ਰਹੇ ਹਨ। ਮਨ ਬਹੁਤ ਹੀ ਆਨੰਦਿਤ ਹੋਇਆ। 24 ਜੂਨ ਨੂੰ ਬਹੁਜਨ ਸਮਾਜ ਦੇ ਕ੍ਰਾਂਤੀਕਾਰੀ ਮਹਾਨ ਸਮਾਜ ਸੁਧਾਰਕ ਬ੍ਰਾਹਮਣਵਾਦ ਦੇ ਅਤਿਆਚਾਰਾਂ, ਪਖੰਡਵਾਦ ਅਤੇ ਅੰਧ ਵਿਸ਼ਵਾਸਾਂ ਕਰਮਕਾਂਡਾਂ ਦੇ ਖਿਲਾਫ ਆਪਣੀ ਕ੍ਰਾਂਤੀਕਾਰੀ ਬਾਣੀ ਰਾਹੀਂ ਵਿਦਰੋਹ ਦਾ ਝੰਡਾ ਚੁੱਕਣ ਵਾਲੇ ਪੂਜਨੀਏ ਸਤਿਗੁਰ ਕਬੀਰ ਜੀ ਦਾ ਜਨਮ ਦਿਨ ਸੀ। ਗਰੁੱਪ ਦੇ ਬਹੁਤ ਸਾਰੇ ਸੂਝਵਾਨ ਸਾਥੀਆਂ ਵੱਲੋਂ ਸਤਿਗੁਰ ਕਬੀਰ ਜੀ ਦੇ ਜੀਵਨ ਅਤੇ ਉਹਨਾਂ ਦੀ ਕ੍ਰਾਂਤੀਕਾਰੀ ਬਾਣੀ ਉੱਤੇ ਬਹੁਤ ਹੀ ਸੁੰਦਰ ਵਿਆਖਿਆ ਕੀਤੀ ਗਈ। ਸਾਡੇ ਬਹੁਤ ਹੀ ਸਤਿਕਾਰਯੋਗ ਸਤਿਗੁਰਾਂ ਦੀ ਬਾਣੀ ਦੇ ਮਾਹਰ ਸੁਖਦੇਵ ਬੱਧਨ ਨਿਊਜ਼ੀਲੈਂਡ ਅਤੇ ਬਲਵਿੰਦਰ ਬੌਧ ਬੈਰਗਾਮੋ ਇਟਲੀ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਤਿਗੁਰਾਂ ਦੀ ਬਾਣੀ ਦੀ ਵਿਆਖਿਆ ਕੀਤੀ ਗਈ। ਬਹੁਤ ਬਹੁਤ ਧੰਨਵਾਦ ਜੀ। ਗਰੁੱਪ ਦੇ ਸਾਰੇ ਹੀ ਸਾਥੀ ਸਤਿਕਾਰਯੋਗ ਹਨ। ਸਾਰੇ ਸਾਥੀਆਂ ਸਤਿਕਾਰਯੋਗ ਕੇਵਲ ਸਿੰਘ ਜੀ ਜਰਮਨੀ, ਅਸ਼ਮਨੀ ਦਾਦਰ ਜੀ ਇਟਲੀ, ਅਮਨ ਮਹੇ ਇਟਲੀ, ਬਲਵਿੰਦਰ ਟਾਂਡਾ ਜੀ, ਸੋਹਣ ਲਾਲ ਸਾਂਪਲਾ ਜੀ ਜਰਮਨ, ਪ੍ਰੇਮ ਮਾਨ ਜੀ ਲੰਡਨ, RL ਬਾਲੀਆ ਜੀ, ਜਸਵੀਰ ਜੀ, ਡਾਕਟਰ ਬਲਵਿੰਦਰ ਬੱਧਨ ਜੀ ਕੈਨੇਡਾ, ਪਰਮਿੰਦਰ ਪੈਰੀ ਜੀ, ਮਲਕੀਤ ਚੰਦ ਹਰਦਾਸਪੁਰੀ, ਰਾਜ ਜੀ ਦੁਬਈ ਤੋਂ, ਜਸ਼ਪਾਲ ਜੀ, ਉਹਨਾਂ ਦੀ ਬਹੁਤ ਹੀ ਪਿਆਰੀ ਬੇਟੀ ਤਨਪ੍ਰੀਤ ਜੀ ਅਤੇ ਹੋਰ ਬਹੁਤ ਸਾਰੇ ਸਾਥੀ ਅਤੇ ਨਵੇਂ ਜੁੜੇ ਸਾਥੀਆਂ ਨੇ ਬਹੁਤ ਹੀ ਗਿਆਨ ਭਰਪੂਰ ਵਿਚਾਰ ਸਾਂਝੇ ਕੀਤੇ। ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ 26 ਜੂਨ ਨੂੰ ਭਾਰਤ ਦੇ ਅਨਮੋਲ ਰਤਨ ਸਮਾਜ ਸੁਧਾਰਕ, ਆਰਕਸ਼ਣ ਰਿਜ਼ਰਵੇਸ਼ਨ ਦੇ ਪਿਤਾਮਾ, ਬ੍ਰਾਹਮਣਵਾਦ ਦੀ ਤਾਨਾਸ਼ਾਹੀ ਖਤਮ ਕਰਕੇ ਬਹੁਜਨ ਸਮਾਜ ਨੂੰ ਮੁਕਤੀ ਦਿਲਾਉਣ ਵਾਲੇ ਪਰਮ ਪੂਜੀਏ ਬੋਧੀ ਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪਰਮ ਮਿੱਤਰ, ਭਾਰਤ ਦੇ ਕੋਲਹਾਪੁਰ ਰਿਆਸਤ ਦੇ ਮਹਾਰਾਜਾ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਜਨਮ ਦਿਨ ਸੀ। ਮਹਾਰਾਜਾ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਉਹਨਾਂ ਦੇ ਜਨਮ ਦਿਨ ਉੱਤੇ ਆਪ ਸਭ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਭ ਬਹੁਜਨਾਂ ਨੂੰ, ਭਾਰਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਛਤਰਪਤੀ ਸ਼ਾਹੂ ਜੀ ਮਹਾਰਾਜ ਦੀ ਜੀਵਨੀ ਉੱਤੇ ਬਹੁਤ ਸਾਰੇ ਸਾਥੀਆਂ ਨੇ ਬਹੁਤ ਹੀ ਗਿਆਨ ਭਰਪੂਰ ਵਿਚਾਰ ਸਾਂਝੇ ਕੀਤੇ ਹਨ, ਜਿਵੇਂ ਕਿ ਸਤਿਕਾਰਯੋਗ ਕੇਵਲ ਸਿੰਘ ਜੀ ਜਰਮਨ, ਸੁਖਦੇਵ ਬੱਧਨ ਜੀ ਨਿਊਜ਼ੀਲੈਂਡ, ਅਮਰ ਮਹੇ ਇਟਲੀ, ਸਾਡੇ ਪ੍ਰੇਮ ਮਾਨ ਜੀ ਲੰਡਨ ਅਤੇ ਹੋਰ ਸਤਿਕਾਰਯੋਗ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਜੀਵਨ ਅਤੇ ਸੰਘਰਸ਼ ਬਾਰੇ ਹੋਰ ਜਾਣੀਏ। ਉਹਨਾਂ ਦਾ ਜਨਮ 26 ਜੂਨ 1894 ਨੂੰ ਪਿਤਾ ਜੈ ਸਿੰਘ ਰਾਵ ਅੱਬਾ ਸਾਹਿਬ ਘਾਟਕੇ ਦੇ ਗ੍ਰਹਿ ਮਾਤਾ ਰਾਧਾ ਬਾਈ ਦੀ ਕੁੱਖ ਤੋਂ ਕੋਲਹਾਪੁਰ ਦੇ ਸ਼ਹਿਰ ਕਾਗਲ ਵਿੱਚ ਹੋਇਆ। ਉਹਨਾਂ ਦੇ ਪੁਰਖਿਆਂ ਦਾ ਪਿਛੋਕੜ ਸ਼ਿਵਾਜੀ ਮਰਹੱਟਾ ਦੇ ਖਾਨਦਾਨ ਵਿੱਚੋਂ ਸੀ। 3 ਸਾਲ ਦੀ ਉਮਰ ਵਿੱਚ ਹੀ ਮਾਤਾ ਰਾਧਾ ਬਾਈ ਜੀ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਬਚਪਨ ਦਾ ਨਾਮ ਜਸਵੰਤ ਰਾਵ ਸੀ। ਉਹਨਾਂ ਦਾ ਦਾਦਾ ਜੀ ਅੱਬਾ ਸਾਹਿਬ ਘਾਟਕੇ ਚੌਥੇ ਸ਼ਿਵਾਜੀ ਮਹਾਰਾਜ ਦੀ ਰਿਆਸਤ ਵਿੱਚ ਬਹੁਤ ਹੀ ਉੱਚੇ ਅਹੁਦੇ ਉੱਤੇ ਸਨ। ਚੌਥੇ ਸ਼ਿਵਾਜੀ ਮਹਾਰਾਜ ਦੇ ਕੈਦ ਹੋਣ ਦੇ ਕਾਰਨ ਸ਼ਾਹੂ ਜੀ ਮਹਾਰਾਜ ਦੇ ਦਾਦਾ ਅੱਬਾ ਸਾਹਿਬ ਘਾਟਕੇ ਰਿਆਸਤ ਦੇ ਮੁਖੀ ਦਾ ਅਹੁਦਾ ਸੰਭਾਲ ਰਹੇ ਸਨ। ਚੌਥੇ ਸ਼ਿਵਾਜੀ ਮਹਾਰਾਜ ਦੀ ਮੌਤ ਤੋਂ ਬਾਅਦ ਜਸਵੰਤ ਰਾਵ ਨੂੰ 17 ਮਾਰਚ 1884 ਨੂੰ ਮਹਾਰਾਣੀ ਆਨੰਦੀ ਬਾਈ ਨੇ ਗੋਦ ਲੈ ਲਿਆ ਅਤੇ ਕੋਲਹਾਪੁਰ ਰਿਆਸਤ ਦੇ ਵਾਰਿਸ ਪੁੱਤਰ ਦਾ ਨਾਮ ਜਸਵੰਤ ਰਾਵ ਤੋਂ ਬਦਲ ਕੇ ਛਤਰਪਤੀ ਸ਼ਾਹੂ ਰੱਖਿਆ ਗਿਆ। ਉਹਨਾਂ ਦੀ ਪੜ੍ਹਾਈ ਰਾਜਕੁਮਾਰ ਕਾਲਜ ਰਾਜਕੋਟ ਵਿੱਚ ਹੋਈ। ਉਹਨਾਂ ਦੀ ਉੱਚ ਸਿੱਖਿਆ ਧਾਰਵਾੜ ਵਿੱਚ ਹੋਈ, ਜਿੱਥੇ ਉਹਨਾਂ ਨੇ ਪੋਲੀਟੀਕਲ ਸਾਇੰਸ ਰਾਜਨੀਤਿਕ ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ। ਪ੍ਰੋਫੈਸਰ ਸਟੂਅਰਟ ਫਰੇਜ਼ਰ ਪਾਸੋਂ ਇੰਡੀਅਨ ਸਿਵਲ ਸਰਵਿਸਿਜ਼ ਦੀ ਵਿੱਦਿਆ ਹਾਸਲ ਕੀਤੀ। 1891 ਵਿੱਚ ਉਹਨਾਂ ਦੀ ਸ਼ਾਦੀ ਬੜੌਦਾ ਦੀ ਬਹੁਤ ਮਸ਼ਹੂਰ ਸ਼ਖਸੀਅਤ ਨੋਬਲਮੈਨ ਮਰਾਠਾ ਖਾਨ ਵਿਲਕਰ ਦੀ ਪੁੱਤਰੀ ਲਕਸ਼ਮੀ ਬਾਈ ਨਾਲ ਹੋਈ। 20 ਸਾਲ ਦੀ ਉਮਰ ਵਿੱਚ 1894 ਵਿੱਚ ਛਤਰਪਤੀ ਸ਼ਾਹੂ ਜੀ ਦਾ ਰਾਜ ਤਿਲਕ ਬਹੁਤ ਹੀ ਸ਼ਾਨੋ ਸ਼ੌਕਤ ਸ਼ਾਹੀ ਠਾਠ ਬਾਠ ਨਾਲ ਹੋਇਆ। ਛਤਰਪਤੀ ਸ਼ਾਹੂ ਜੀ ਨੇ ਮਹਾਰਾਜਾ ਬਣ ਕੇ ਕੋਲਹਾਪੁਰ ਰਿਆਸਤ ਦੇ ਅਧਿਕਾਰ ਪ੍ਰਾਪਤ ਕਰਕੇ ਕੋਲਹਾਪੁਰ ਦੀ ਸੱਤਾ ਸੰਭਾਲੀ। ਸਾਥੀਓ, ਇੱਥੇ ਬਹੁਤ ਹੀ ਜ਼ਿਕਰਯੋਗ ਗੱਲ ਹੈ ਕਿ ਰਾਜ ਤਿਲਕ ਦੇ ਮੌਕੇ ਉੱਤੇ ਦੂਰਦਰਸ਼ੀ ਮਹਾਰਾਜਾ ਨੇ
ਬਹੁਤ ਹੀ ਪ੍ਰਭਾਵਸ਼ਾਲੀ ਇਤਿਹਾਸਕ ਭਾਸ਼ਣ ਦਿੱਤਾ ਅਤੇ ਕਿਹਾ, ਕੋਲਹਾਪੁਰ ਰਿਆਸਤ ਦੇ ਸਾਰੇ ਲੋਕ ਹਮੇਸ਼ਾ ਖੁਸ਼ ਰਹਿਣ, ਉਹਨਾਂ ਦੇ ਹਿੱਤਾਂ ਦੀ ਹਮੇਸ਼ਾ ਰਾਖੀ ਹੋਵੇਗੀ। ਇਹ ਮੇਰੀ ਦਿਲੀ ਇੱਛਾ ਹੈ, ਮਨੋਕਾਮਨਾ ਹੈ ਅਤੇ ਮੈਂ ਪ੍ਰਤਿੱਗਿਆ ਲੈਂਦਾ ਹਾਂ। ਉਹਨਾਂ ਨੇ ਅੱਗੇ ਕਿਹਾ, ਰਾਜ ਦਾ ਅੱਛਾ ਪ੍ਰਬੰਧ ਚਲਾਉਣ ਵਾਸਤੇ ਰਿਆਸਤ ਦੀ ਪ੍ਰਜਾ ਦੇ ਸਹਿਯੋਗ ਦੀ ਜ਼ਰੂਰਤ ਹੈ। ਜਨ ਕਲਿਆਣ ਵਾਸਤੇ ਪ੍ਰਜਾ ਦਾ ਖੁੱਲ੍ਹੇ ਤੌਰ 'ਤੇ ਸਹਿਯੋਗ ਮੰਗਣ ਵਾਲੇ ਸ਼ਾਹੂ ਜੀ ਮਹਾਰਾਜ ਪਹਿਲੇ ਮਹਾਰਾਜੇ ਸਨ। ਰਾਜ ਸੱਤਾ ਸੰਭਾਲਦੇ ਹੀ ਉਹਨਾਂ ਨੇ ਦੇਖਿਆ ਕਿ ਰਾਜ ਪ੍ਰਬੰਧ ਵਿੱਚ ਬ੍ਰਾਹਮਣਾਂ ਦੀ ਤਾਨਾਸ਼ਾਹੀ ਸੀ। ਸ਼ਾਹੂ ਜੀ ਮਹਾਰਾਜ ਚਾਹੁੰਦੇ ਸਨ ਕਿ ਉਹਨਾਂ ਦੇ ਰਾਜ ਪ੍ਰਬੰਧ ਵਿੱਚ ਹਰ ਵਰਗ ਦੀ ਬਰਾਬਰ ਭਾਗੀਦਾਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਰਿਆਸਤ ਦੀ ਬਾਗਡੋਰ ਸੰਭਾਲਦੇ ਹੀ ਆਪਣੀ ਤੇਵਰ ਬੁੱਧੀ ਨਾਲ ਦੇਖਿਆ, ਰਾਜ ਪ੍ਰਬੰਧ ਵਿੱਚ ਬ੍ਰਾਹਮਣਾਂ ਦੇ 60 ਉੱਚ ਅਧਿਕਾਰੀ ਹਨ ਅਤੇ ਬਹੁਜਨ ਸਮਾਜ ਪਛੜੀਆਂ ਜਾਤੀਆਂ ਦੇ ਸਿਰਫ 11 ਅਧਿਕਾਰੀ ਹਨ। ਉਹਨਾਂ ਨੇ ਇਹ ਵੀ ਨੋਟਿਸ ਕੀਤਾ, ਰਿਆਸਤ ਵਿੱਚ ਬ੍ਰਾਹਮਣਾਂ ਦੀ ਆਬਾਦੀ ਸਿਰਫ 5% ਸੀ। ਕੁੱਲ ਗਿਣਤੀ ਬ੍ਰਾਹਮਣਾਂ ਦੀ 26,000 ਸੀ, ਪਰ ਉਹਨਾਂ ਦੇ 46 ਪ੍ਰਾਈਵੇਟ ਅਫਸਰ ਸਨ। ਪਰ ਦੂਜੇ ਪਾਸੇ ਬਹੁਜਨ ਸਮਾਜ ਪਛੜੀਆਂ ਜਾਤੀਆਂ ਦੇ ਲੋਕਾਂ ਦੀ ਗਿਣਤੀ 8.5 ਲੱਖ ਸੀ, ਪਰ ਬਹੁਜਨ ਸਮਾਜ ਦੇ ਸਿਰਫ 7 ਅਫਸਰ ਸਨ। ਸ਼ਾਹੂ ਜੀ ਮਹਾਰਾਜ ਤੀਬਰ ਬੁੱਧੀ ਵਾਲੇ ਮਹਾਰਾਜਾ ਸਨ। ਉਹ ਇਸ ਤਰ੍ਹਾਂ ਦੇ ਰਾਜ ਪ੍ਰਬੰਧ ਨੂੰ ਦੇਖ ਕੇ ਚਿੰਤਤ ਅਤੇ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦਾ ਵਿਚਾਰ ਸੀ, ਰਿਆਸਤ ਦੀ ਤਰੱਕੀ ਵਾਸਤੇ ਰਾਜ ਪ੍ਰਬੰਧ ਵਿੱਚ ਸਾਰੇ ਵਰਗਾਂ ਦਾ ਬਰਾਬਰ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਦੀ ਤੀਬਰ ਬੁੱਧੀ ਨੇ ਦੇਖਿਆ ਕਿ ਬ੍ਰਾਹਮਣਾਂ ਨੇ ਵਰਨ ਅਵਸਥਾ ਸਥਾਪਿਤ ਕਰਕੇ ਬਹੁਜਨ ਸਮਾਜ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ ਹੋਇਆ ਹੈ ਅਤੇ ਰਿਆਸਤ ਦੇ ਰਾਜ ਪ੍ਰਬੰਧ ਵਿੱਚ ਆਪਣਾ ਕੰਟਰੋਲ ਕੀਤਾ ਹੋਇਆ ਹੈ। ਉਹ ਬਹੁਤ ਚਿੰਤਤ ਹੋਏ। ਇਸ ਸਮੱਸਿਆ ਦੇ ਹੱਲ ਵਾਸਤੇ ਸ਼ਾਹੂ ਜੀ ਮਹਾਰਾਜਾ ਨੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਹੁਜਨ ਸਮਾਜ ਪਛਾੜੀਆਂ ਹੋਈਆਂ ਜਾਤੀਆਂ ਵਾਸਤੇ 1902 ਵਿੱਚ 50% ਰਿਜ਼ਰਵੇਸ਼ਨ ਦਾ ਕਾਨੂੰਨ ਪਾਸ ਕਰਵਾ ਕੇ ਲਾਗੂ ਕੀਤਾ। ਭਾਰਤ ਦੇ ਇਤਿਹਾਸ ਵਿੱਚ ਇਹ ਰਿਜ਼ਰਵੇਸ਼ਨ ਦਾ ਪਹਿਲਾ ਕਾਨੂੰਨ ਸੀ। ਇਸ ਕਰਕੇ ਹੀ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਰਿਜ਼ਰਵੇਸ਼ਨ ਯਾਨੀ ਕਿ ਰਾਖਵਾਂਕਰਨ ਦੇ ਪਿਤਾਮਾ ਕਿਹਾ ਜਾਂਦਾ ਹੈ। ਛਤਰਪਤੀ ਸ਼ਾਹੂ ਜੀ ਮਹਾਰਾਜ ਇੱਕ ਸੱਚੇ ਲੋਕਤੰਤਰੀ ਯਾਨੀ ਕਿ ਟਰੂ ਡੈਮੋਕਰੇਟ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਧੁਨਿਕ ਭਾਰਤ ਦੇ ਸਮਾਜਿਕ ਸੁਧਾਰ ਦੇ ਪਿਤਾਮਾ ਪੂਜਨੀਏ ਜੋਤੀ ਰਾਓ ਫੂਲੇ ਜੀ ਅਤੇ ਭਾਰਤ ਦੇ ਅਸਲੀ ਰਾਸ਼ਟਰਪਿਤਾ ਵੱਲੋਂ ਜੋ ਸੱਤਿਆ ਸੋਧਕ ਸਮਾਜ ਅੰਦੋਲਨ ਚਲਾਇਆ ਗਿਆ, ਜੋਤੀ ਰਾਓ ਫੂਲੇ ਜੀ ਦੀ ਮੌਤ ਤੋਂ ਬਾਅਦ ਇਸ ਸੱਤਿਆ ਸੋਧਕ ਸਮਾਜ ਅੰਦੋਲਨ ਨੂੰ ਉਹਨਾਂ ਦੀ ਸੰਗਣੀ ਦਾਦੀ ਮਾਂ ਸਵਿਤਰੀ ਬਾਈ ਫੂਲੇ ਜੀ ਨੇ ਚਲਾਇਆ। ਦਾਦੀ ਮਾਂ ਸਵਿਤਰੀ ਬਾਈ ਫੂਲੇ ਜੀ ਦੀ ਮੌਤ ਤੋਂ ਬਾਅਦ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਸੱਤਿਆ ਸੋਧਕ ਸਮਾਜ ਅੰਦੋਲਨ ਦਾ ਅਧਿਐਨ ਕੀਤਾ। ਬ੍ਰਾਹਮਣਾਂ ਦੀ ਤਾਨਾਸ਼ਾਹੀ ਖਤਮ ਕਰਨ ਵਾਸਤੇ 1911 ਵਿੱਚ ਆਪਣੀ ਕੋਲਹਾਪੁਰ ਦੀ ਰਿਆਸਤ ਵਿੱਚ ਸੱਤਿਆ ਸੋਧਕ ਸਮਾਜ ਦੀ ਪੁਨਰ ਸਥਾਪਨਾ ਕੀਤੀ। ਰਿਆਸਤ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਸੱਤਿਆ ਸੋਧਕ ਸਮਾਜ ਦੀਆਂ ਸ਼ਾਖਾਵਾਂ ਖੋਲ੍ਹੀਆਂ। ਬਹੁਜਨ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਸ਼ਹਿਰਾਂ ਪਿੰਡਾਂ ਵਿੱਚ ਸੱਤਿਆ ਸੋਧਕ ਸਮਾਜ ਦੇ ਜਲਸਿਆਂ ਦਾ ਪ੍ਰਬੰਧ ਕਰਵਾਇਆ। ਸੱਤਿਆ ਸੋਧਕ ਸਮਾਜ ਦੁਆਰਾ ਸਕੂਲ ਖੁਲਵਾਏ ਗਏ। ਕੋਲਹਾਪੁਰ ਰਿਆਸਤ ਦੇ ਮਹਾਰਾਜਾ ਹੁੰਦਿਆਂ ਹੋਇਆਂ ਵੀ ਮਹਾਰਾਜਾ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਜਾਤੀਵਾਦ ਦਾ ਸ਼ਿਕਾਰ ਹੋਣਾ ਪਿਆ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਹਾਰਾਜਾ ਵੱਲੋਂ ਸ਼ਾਹੀ ਇਸ਼ਨਾਨ ਹੁੰਦਾ ਸੀ, ਜਿਸ ਨੂੰ ਪੰਚਗੰਗ ਇਸ਼ਨਾਨ ਕਿਹਾ ਜਾਂਦਾ ਸੀ। ਮਹਾਰਾਜ ਦੇ ਇਸ਼ਨਾਨ ਦੇ ਦੌਰਾਨ ਬ੍ਰਾਹਮਣਾਂ ਵੱਲੋਂ ਰਾਜਾ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਵਾਸਤੇ ਮੰਤਰ ਪੜ੍ਹੇ ਜਾਂਦੇ ਸਨ। ਹਰ ਸਾਲ ਦੀ ਤਰ੍ਹਾਂ ਜਦੋਂ ਛਤਰਪਤੀ ਸ਼ਾਹੂ ਜੀ ਮਹਾਰਾਜ ਕੱਤਕ ਦੀ ਪੁੰਨਿਆ ਨੂੰ ਪੰਚਗੰਗ ਸ਼ਾਹੀ ਇਸ਼ਨਾਨ ਕਰਨ ਲੱਗੇ ਤਾਂ ਬ੍ਰਾਹਮਣਾਂ ਵੱਲੋਂ ਮਹਾਰਾਜਾ ਦੇ ਛੋਟੀ ਜਾਤ ਮਰਾਠਾ ਦਾ ਹੋਣ ਕਰਕੇ ਗਲਤ ਮੰਤਰ ਯਾਨੀ ਕਿ ਮੰਤਰਾਂ ਨੂੰ ਪੁੱਠੇ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਸ਼ਾਹੂ ਜੀ ਮਹਾਰਾਜ ਪੜ੍ਹੇ ਲਿਖੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਕਿ ਬ੍ਰਾਹਮਣ ਰਾਜਾ ਨੂੰ ਸ਼ੂਦਰ ਕਹਿ ਕੇ ਪੁੱਠੇ ਮੰਤਰ ਉਚਾਰਨ ਕਰ ਰਹੇ ਹਨ। ਸ਼ਾਹੂ ਜੀ ਮਹਾਰਾਜ ਨੇ ਉਹਨਾਂ ਬ੍ਰਾਹਮਣਾਂ ਨੂੰ ਰਾਜ ਪੁਰੋਹਿਤਾਂ ਦੀ ਨੌਕਰੀ ਤੋਂ ਬਾਹਰ ਕੱਢ ਦਿੱਤਾ। ਉਹਨਾਂ ਦੀਆਂ ਤਨਖਾਹਾਂ ਬੰਦ ਕਰ ਦਿੱਤੀਆਂ। ਜਦੋਂ ਮੱਠ ਦੇ ਆਚਾਰੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਸ਼ਾਹੀ ਪੱਤੇ ਬੰਦ ਕਰ ਦਿੱਤੇ ਹਨ ਤੇ ਉਸਨੇ ਗੁੱਸੇ ਵਿੱਚ ਮਹਾਰਾਜ ਪਾਸ ਸ਼ਿਕਾਇਤ ਕੀਤੀ ਤਾਂ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਮੱਠ ਦੇ ਆਚਾਰੀਆਂ ਨੂੰ ਵੀ ਧਮਕੀ ਦੇ ਦਿੱਤੀ ਕਿ ਅਜੇ ਤਾਂ ਮੈਂ ਤਨਖਾਹਾਂ ਅਤੇ ਪੱਤੇ ਹੀ ਬੰਦ ਕੀਤੇ ਹਨ, ਜੇ ਤੁਸੀਂ ਨਾ ਸੁਧਰੇ
ਤਾਂ ਤੁਹਾਡੇ ਮੱਠਾਂ ਨੂੰ ਵੀ ਬੰਦ ਕਰਵਾ ਦਿੱਤਾ ਜਾਵੇਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਇਤਿਹਾਸ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਪਹਿਲੇ ਮਹਾਰਾਜਾ ਹੋਏ ਹਨ, ਜਿਨ੍ਹਾਂ ਨੇ ਬ੍ਰਾਹਮਣਾਂ ਦੀ ਤਾਨਾਸ਼ਾਹੀ ਨੂੰ ਖਤਮ ਕਰਕੇ ਬ੍ਰਾਹਮਣਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਲਈ ਸਮਾਜ ਸੁਧਾਰ ਦੇ ਪਿਤਾਮਾ ਜੋਤੀਰਾਓ ਫੂਲੇ ਜੀ ਵੱਲੋਂ ਚਲਾਏ ਗਏ ਕ੍ਰਾਂਤੀਕਾਰੀ ਸੱਤਿਆਗ੍ਰਹਿ ਸੋਧਕ ਸਮਾਜ ਅੰਦੋਲਨ ਵਿੱਚ ਵਿਸ਼ੇਸ਼ ਯੋਗਦਾਨ ਪਾ ਕੇ ਬਹੁਜਨ ਸਮਾਜ ਦੀ ਮੁਕਤੀ ਦੇ ਇਤਿਹਾਸ ਵਿੱਚ ਬਹੁਤ ਹੀ ਸਨਮਾਨਜਨਕ ਸਥਾਨ ਬਣਾਇਆ। ਆਓ ਹੁਣ ਜਾਣੀਏ ਸ਼ਾਹੂ ਜੀ ਮਹਾਰਾਜ ਵੱਲੋਂ ਜੋ ਬਹੁਜਨ ਸਮਾਜ ਦੀ ਤਰੱਕੀ ਵਾਸਤੇ ਰਿਆਸਤ ਦੇ ਵਿੱਚ ਸਮਾਜ ਸੁਧਾਰ ਕੀਤੇ ਗਏ ਉਹਨਾਂ ਬਾਰੇ। ਸ਼ਾਹੂ ਜੀ ਮਹਾਰਾਜ ਨੇ 1912 ਵਿੱਚ ਆਪਣੀ ਰਿਆਸਤ ਵਿੱਚ ਪ੍ਰਾਇਮਰੀ ਸਕੂਲ ਸਿੱਖਿਆ ਮੁਫਤ ਅਤੇ ਲਾਜ਼ਮੀ ਦਾ ਕਾਨੂੰਨ ਬਣਾਇਆ। ਔਰਤਾਂ ਵਾਸਤੇ ਸਕੂਲ ਖੋਲ੍ਹੇ। 1917 ਵਿੱਚ ਪੁਨਰ ਵਿਆਹ ਦਾ ਕਾਨੂੰਨ ਬਣਾਇਆ ਤਾਂ ਜੋ ਵਿਧਵਾਵਾਂ ਵਿਆਹ ਕਰਵਾ ਸਕਣ, ਜੋ ਕਿ ਬ੍ਰਾਹਮਣਾਂ ਵੱਲੋਂ ਪਾਬੰਦੀ ਸੀ, ਜਿਸ ਨੂੰ ਵਿਧਵਾ ਵਿਆਹ ਦਾ ਕਾਨੂੰਨ ਦੇ ਨਾਲ ਜਾਣਿਆ ਜਾਂਦਾ ਹੈ। 1920 ਵਿੱਚ ਦੇਵਦਾਸੀ ਪ੍ਰਥਾ ਉੱਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਗਵਾਈ। ਬਾਲ ਵਿਵਾਹ ਉੱਤੇ ਕਾਨੂੰਨੀ ਪਾਬੰਦੀ ਲਗਵਾਈ। ਅੰਤਰਜਾਤੀ ਵਿਆਹਾਂ ਦਾ ਕਾਨੂੰਨ ਬਣਾ ਕੇ ਕਾਨੂੰਨੀ ਬਣਾਇਆ। ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਭਾਰਤ ਦੇ ਪ੍ਰਿਯਦਾਸੀ ਮਹਾਰਾਜਾ ਸਮਰਾਟ ਅਸ਼ੋਕ ਮਹਾਨ ਦੀ ਤਰ੍ਹਾਂ ਪ੍ਰਜਾ ਦੀ ਭਲਾਈ ਵਾਸਤੇ ਬਹੁਤ ਕੰਮ ਕੀਤੇ। ਬਹੁਜਨ ਸਮਾਜ ਵਾਸਤੇ ਸਕੂਲ ਖੋਲ੍ਹੇ। ਬਹੁਜਨ ਸਮਾਜ ਅਤੇ ਸਾਰੇ ਸਮਾਜ ਵਾਸਤੇ ਹਸਪਤਾਲ ਡਿਸਪੈਂਸਰੀਆਂ ਖੋਲ੍ਹੀਆਂ। ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ। ਇੱਥੋਂ ਤੱਕ ਕਿ ਅਵਾਰਾ ਪਸ਼ੂਆਂ ਵਾਸਤੇ ਚਾਰੇ ਦੇ ਪ੍ਰਬੰਧ ਕਰਵਾਏ। ਆਪਣੇ ਸ਼ਾਹੀ ਫਰਮਾਨਾਂ ਰਾਹੀਂ ਸਮਾਜ ਦੇ ਹਰ ਮੈਂਬਰਾਂ ਨੂੰ ਬਰਾਬਰਤਾ ਦੇ ਨਾਲ ਅਛੂਤ ਕਹੇ ਜਾਣ ਵਾਲੇ ਸਮਾਜ ਨੂੰ ਬਰਾਬਰ ਖੁੱਲ੍ਹ ਦਿੱਤੀ ਕਿ ਉਹ ਰਿਆਸਤ ਦੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਲੈ ਸਕਣ। ਸ਼ਾਹੂ ਜੀ ਮਹਾਰਾਜ ਜੀ ਨੇ ਕਿਸਾਨਾਂ ਵਾਸਤੇ ਕੋਆਪਰੇਟਿਵ ਸੁਸਾਇਟੀਆਂ ਖੋਲ੍ਹੀਆਂ ਤਾਂ ਜੋ ਕਿਸਾਨ ਮਿਡਲਮੈਨ ਤੋਂ ਛੁਟਕਾਰਾ ਪਾ ਸਕੇ। ਕਿਸਾਨਾਂ ਵਾਸਤੇ ਲੋਨ ਦੇ ਕਰਜ਼ੇ ਦੇ ਵੀ ਪ੍ਰਬੰਧ ਕੀਤੇ ਤਾਂ ਜੋ ਕਿਸਾਨ ਆਪਣੀ ਖੇਤੀ ਵਾਸਤੇ ਔਜ਼ਾਰ ਖਰੀਦ ਸਕਣ। ਕਿਸਾਨਾਂ ਵਾਸਤੇ ਕਿੰਗ ਐਡਵਰਡ ਐਗਰੀਕਲਚਰ ਇੰਸਟੀਚਿਊਟ ਸਥਾਪਿਤ ਕੀਤਾ ਤਾਂ ਜੋ ਕਿਸਾਨ ਆਪਣੀ ਫਸਲ ਦੀ ਪੈਦਾਵਾਰ ਵਿੱਚ ਵਾਧਾ ਕਰ ਸਕੇ ਅਤੇ ਨਵੇਂ ਤਕਨੀਕ ਸਿੱਖ ਸਕਣ। ਰਾਧਾ ਨਗਰੀ ਡੈਮ ਵਾਸਤੇ 18 ਫਰਵਰੀ 1907 ਨੂੰ ਯੋਜਨਾ ਤਿਆਰ ਕੀਤੀ ਤਾਂ ਜੋ ਕੋਲਹਾਪੁਰ ਨੂੰ ਪਾਣੀ ਦੀ ਆਤਮ ਨਿਰਭਰਤਾ ਹੋ ਸਕੇ। ਛਤਰਪਤੀ ਸ਼ਾਹੂ ਜੀ ਮਹਾਰਾਜ ਵੱਲੋਂ 1906 ਵਿੱਚ ਪ੍ਰਜਾ ਦੇ ਰੁਜ਼ਗਾਰ ਵਾਸਤੇ ਇੱਕ ਸਪਿਨਿੰਗ ਮਿਲ ਸਥਾਪਿਤ ਕੀਤੀ। ਸ਼ਾਹੂ ਜੀ ਮਹਾਰਾਜ ਜੀ ਦੁਆਰਾ ਬ੍ਰਾਹਮਣਵਾਦੀ ਸਮਾਜ ਵੱਲੋਂ ਵੱਖਰੇ ਅਲੱਗ ਕੀਤੇ ਹੋਏ ਸਮਾਜ ਵਾਸਤੇ ਮਿਸ ਕਲਾਰਕ ਬੋਰਡਿੰਗ ਸਕੂਲ ਸਥਾਪਿਤ ਕੀਤਾ। ਪਛੜੀਆਂ ਜਾਤੀਆਂ ਵਾਸਤੇ ਸਕਾਲਰਸ਼ਿਪ ਦੇ ਪ੍ਰਬੰਧ ਕੀਤੇ। ਸ਼ਾਹੂ ਜੀ ਮਹਾਰਾਜ ਨੇ ਉਹਨਾਂ ਬ੍ਰਾਹਮਣਾਂ ਨੂੰ ਜੋ ਕਿ ਰਾਇਲ ਐਡਵਾਈਜ਼ਰ ਹੁੰਦੇ ਸਨ, ਪੁਰੋਹਿਤ ਹੁੰਦੇ ਸਨ, ਨੌਕਰੀਆਂ ਤੋਂ ਕੱਢਿਆ, ਜਿਹੜੇ ਗੈਰ ਬ੍ਰਾਹਮਣ ਜਾਂ ਛੂਤਾਂ ਦੀਆਂ ਧਾਰਮਿਕ ਕਿਰਿਆਵਾਂ ਨਹੀਂ ਸਨ ਕਰਦੇ। ਉਹਨਾਂ ਨੇ ਬਹੁਜਨ ਸਮਾਜ ਦੇ ਨੌਜਵਾਨਾਂ ਵਾਸਤੇ ਸੰਸਕ੍ਰਿਤ ਦੀ ਸਿੱਖਿਆ ਦੇ ਪ੍ਰਬੰਧ ਕਰਵਾ ਕੇ ਉਹਨਾਂ ਨੂੰ ਸਿਖਲਾਈ ਦਵਾ ਕੇ ਬ੍ਰਾਹਮਣਾਂ ਦੀ ਜਗ੍ਹਾ ਸ਼ਾਹੀ ਪੁਰੋਹਿਤਾਂ ਦੀਆਂ ਨੌਕਰੀਆਂ ਬਹੁਜਨ ਸਮਾਜ ਦੇ ਨੌਜਵਾਨਾਂ ਨੂੰ ਦਿੱਤੀਆਂ। ਇਹਨਾਂ ਸਮਾਜ ਸੁਧਾਰਾਂ ਤੋਂ ਰਿਆਸਤ ਦੇ ਬ੍ਰਾਹਮਣ ਬਹੁਤ ਦੁਖੀ ਹੋਏ। ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਵਿਰੋਧ ਕਰਨ ਲੱਗੇ। ਇੱਥੋਂ ਤੱਕ ਕਿ ਬਾਲ ਗੰਗਾਧਰ ਤਿਲਕ ਦੇ ਕਹਿਣ 'ਤੇ ਬ੍ਰਾਹਮਣਾਂ ਵੱਲੋਂ ਸ਼ਹਿਰਾਂ ਦੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਤੇ ਜਾਨਵਰਾਂ ਦੇ ਖੂਨ ਦੇ ਪੰਜੇ ਲਗਵਾਏ ਅਤੇ ਲੋਕਾਂ ਦੇ ਵਿੱਚ ਅਫਵਾਹਾਂ ਫੈਲਾਈਆਂ ਕਿ ਰਿਆਸਤ ਵਿੱਚ ਕੋਈ ਆਫਤ ਆਉਣ ਵਾਲੀ ਹੈ, ਕਿਉਂਕਿ ਸਾਡਾ ਮਹਾਰਾਜਾ ਅਛੂਤਾਂ ਨੂੰ ਸਾਡੇ ਬਰਾਬਰ ਰਾਜ ਪ੍ਰਬੰਧ ਦੇ ਵਿੱਚ ਅਧਿਕਾਰ ਦਿਲਵਾ ਰਿਹਾ ਹੈ ਅਤੇ ਬ੍ਰਾਹਮਣਾਂ ਦੇ ਸ਼ਾਹੀ ਪੱਤੇ ਬੰਦ ਕਰ ਦਿੱਤੇ ਹਨ। ਜਦੋਂ ਇਸ ਗੱਲ ਬਾਰੇ ਸ਼ਾਹੂ ਜੀ ਮਹਾਰਾਜ ਨੂੰ ਪਤਾ ਲੱਗਾ, ਉਹਨਾਂ ਨੇ ਗੁਪਤ ਸਰਕਾਰੀ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਅਤੇ ਪਤਾ ਲਗਾਇਆ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਤੇ ਖੂਨ ਦੇ ਪੰਜੇ ਕਿਸ ਨੇ ਲਗਵਾਏ ਹਨ। ਦੋਸ਼ੀਆਂ ਨੂੰ ਪਕੜਿਆ ਗਿਆ, ਉਹਨਾਂ ਨੂੰ ਸਜ਼ਾਵਾਂ ਦਵਾਈਆਂ ਗਈਆਂ। ਸ਼ਾਹੂ ਜੀ ਮਹਾਰਾਜ ਜੀ ਨੇ ਜੰਗਲਾਂ ਵਿੱਚ ਰਹਿੰਦੇ ਆਦੀਵਾਸੀ ਕਬੀਲਿਆਂ ਵਾਸਤੇ ਵੀ ਸਕੂਲਾਂ ਦੇ ਪ੍ਰਬੰਧ ਕਰਵਾਏ। ਉਹਨਾਂ ਪਾਸ ਆਪ ਜੰਗਲਾਂ ਵਿੱਚ ਜਾ ਕੇ ਸਮਝਾਉਂਦੇ ਸਨ ਕਿ ਤੁਸੀਂ ਸ਼ਹਿਰਾਂ ਵਿੱਚ ਆਵੋ, ਆਪਣੀਆਂ ਦੁਕਾਨਾਂ ਖੋਲ੍ਹੋ। ਪਿੰਡਾਂ ਵਿੱਚ ਵੀ ਸ਼ਾਹੂ ਜੀ ਮਹਾਰਾਜ ਵੱਲੋਂ ਉਹਨਾਂ ਵਾਸਤੇ ਛੋਟੀਆਂ ਚਾਹ ਦੀਆਂ ਦੁਕਾਨਾਂ ਖੋਲ੍ਹਣ ਵਾਸਤੇ ਮਾਲੀ ਸਹਾਇਤਾ ਕੀਤੀ। ਉਹਨਾਂ ਦੀਆਂ ਦੁਕਾਨਾਂ ਉੱਤੇ ਆਪ ਜਾ ਕੇ ਚਾਹ ਪੀਂਦੇ ਹੁੰਦੇ ਸਨ ਤਾਂ ਜੋ ਦੂਸਰੇ ਸਮਾਜ ਨੂੰ ਵੀ ਬਹੁਜਨ ਸਮਾਜ ਦੀਆਂ ਦੁਕਾਨਾਂ 'ਤੇ ਜਾਣ ਦੀ ਪ੍ਰੇਰਨਾ ਮਿਲੇ। ਆਓ ਹੁਣ ਜਾਣੀਏ ਕਿ ਪਰਮ ਪੂਜੀਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਦੇ ਕਾਰਵਾਂ ਵਿੱਚ
ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਯੋਗਦਾਨ ਬਾਰੇ। 1920 ਵਿੱਚ ਬੰਬੇ ਮਨਗਾਂਵ ਵਿਖੇ ਅਛੂਤ ਨਿਰਮੂਲਨ ਪ੍ਰੀਸ਼ਦ ਰੱਖੀ ਗਈ ਸੀ। ਇਸ ਇਤਿਹਾਸਕ ਮੀਟਿੰਗ ਵਿੱਚ ਸ਼ਾਹੂ ਜੀ ਮਹਾਰਾਜ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ। ਇਸ ਪ੍ਰੀਸ਼ਦ ਦੀ ਪ੍ਰਧਾਨਗੀ ਸ਼ਾਹੂ ਜੀ ਮਹਾਰਾਜ ਨੇ ਕੀਤੀ ਤਾਂ ਇਸ ਇਤਿਹਾਸਕ ਸੰਮੇਲਨ ਵਿੱਚ ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ, ਬਹੁਜਨ ਸਮਾਜ ਵਿੱਚ ਪੈਦਾ ਹੋਈਆਂ ਸਾਰੀਆਂ ਬਿਮਾਰੀਆਂ ਦੀ ਜੜ ਬ੍ਰਾਹਮਣਵਾਦ ਹੈ। ਬ੍ਰਾਹਮਣ ਨੇ ਹੀ ਅਛੂਤਾਂ ਨੂੰ ਬੇਇੱਜ਼ਤ ਕੀਤਾ ਹੈ। ਬਹੁਤ ਲੋਕਾਂ ਦਾ ਕਹਿਣਾ ਹੈ ਕਿ ਛੂਆ-ਛਾਤ ਦਾ ਰਾਜਨੀਤੀ ਦੇ ਨਾਲ ਕੀ ਲੈਣਾ ਦੇਣਾ ਹੈ, ਪਰ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਅਛੂਤਾਂ ਨਾਲ ਇਸ ਤਰ੍ਹਾਂ ਦਾ ਅਨਿਆਂਪੂਰਵਕ ਵਰਤਾਓ ਕਰਨ ਨਾਲ ਰਾਜਨੀਤੀ ਕਿਸ ਤਰ੍ਹਾਂ ਚੱਲ ਸਕਦੀ ਹੈ। ਅਗਰ ਸਹੀ ਰਾਜਨੀਤੀ ਚਲਾਉਣੀ ਹੈ ਤਾਂ ਸਾਨੂੰ ਉਹਨਾਂ ਨਾਲ ਇਨਸਾਨਾਂ ਵਾਲਾ ਵਰਤਾਓ ਕਰਨਾ ਚਾਹੀਦਾ ਹੈ। ਸਾਨੂੰ ਗੱਲਾਂ ਕਰਨ ਵਾਲੇ ਲੀਡਰ ਨਹੀਂ ਚਾਹੀਦੇ, ਸਾਨੂੰ ਉਹ ਲੀਡਰ ਚਾਹੀਦੇ ਹਨ ਜੋ ਸਾਡੇ ਨਾਲ ਇਨਸਾਨਾਂ ਵਰਗਾ ਵਰਤਾਓ ਕਰਨ। ਸਾਡੇ ਅਛੂਤ ਲੋਕਾਂ, ਬਹੁਜਨ ਸਮਾਜ ਦੇ ਲੋਕਾਂ ਨੂੰ ਆਪਣਾ ਨੇਤਾ ਆਪਣੇ ਲੋਕਾਂ ਵਿੱਚੋਂ ਚੁਣਨਾ ਚਾਹੀਦਾ ਹੈ। ਪਸ਼ੂਆਂ ਦਾ ਨੇਤਾ ਪੰਛੀ ਨਹੀਂ ਬਣ ਸਕਦਾ ਅਤੇ ਪੰਛੀਆਂ ਦਾ ਨੇਤਾ ਕਦੇ ਵੀ ਪਸ਼ੂ ਨਹੀਂ ਹੋ ਸਕਦਾ। ਬੱਕਰੀਆਂ ਦਾ ਨੇਤਾ ਗਡਰੀਆ ਮਤਲਬ ਕਿ ਬੱਕਰੀਆਂ ਚਰਾਉਣ ਵਾਲਾ ਆਦਮੀ ਹੋਣ ਕਰਕੇ ਹੀ ਉਹ ਬੱਕਰੀਆਂ ਨੂੰ ਕਸਾਈਆਂ ਪਾਸ ਲੈ ਜਾਂਦਾ ਹੈ। ਇਸੇ ਭਾਸ਼ਣ ਵਿੱਚ ਸ਼ਾਹੂ ਜੀ ਮਹਾਰਾਜ ਨੇ ਕਿਹਾ ਕਿ ਅੱਜ ਤੋਂ ਤੁਹਾਡਾ ਲੀਡਰ ਡਾਕਟਰ ਅੰਬੇਡਕਰ ਹਨ। ਅੰਬੇਡਕਰ ਤੁਹਾਡੇ ਲੀਡਰ ਹੀ ਨਹੀਂ, ਸਾਰੇ ਭਾਰਤ ਦੇ ਲੀਡਰ ਬਣਨਗੇ। ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਡਾਕਟਰ ਅੰਬੇਡਕਰ ਦੇ ਰੂਪ ਵਿੱਚ ਇੱਕ ਮਸੀਹਾ ਮਿਲ ਗਿਆ ਹੈ ਜੋ ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਜ਼ਰੂਰ ਤੋੜੇਗਾ। ਉਹਨਾਂ ਨੇ ਅੱਗੇ ਕਿਹਾ ਕਿ ਰਾਜ ਪ੍ਰਬੰਧ ਵਿੱਚ ਸਥਾਪਿਤ ਬ੍ਰਾਹਮਣਾਂ ਦੀ ਧਾਰਮਿਕ ਬਿਊਰੋਕ੍ਰੇਸੀ ਨੂੰ ਖਤਮ ਕਰੋ। ਅਗਰ ਸੱਤਾਧਾਰੀ ਲੋਕ ਮੇਰੇ ਉੱਤੇ ਕਿਸੇ ਤਰ੍ਹਾਂ ਦਾ ਜ਼ੋਰ ਪਾਉਣਗੇ ਤਾਂ ਮੈਂ ਰਾਜ ਗੱਦੀ ਤਿਆਗ ਦਿਆਂਗਾ, ਪਰ ਸ਼ੂਦਰਾਂ ਅਤੇ ਸ਼ੂਦਰਾਂ ਦੀ ਆਜ਼ਾਦੀ ਵਾਸਤੇ ਸੰਘਰਸ਼ ਜਾਰੀ ਰੱਖਾਂਗਾ। 1921 ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਜੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਚਲਾਏ ਗਏ ਨਿਊਜ਼ਪੇਪਰ ਅਖਬਾਰ ਮੂਕ ਨਾਇਕ ਵਾਸਤੇ 2500 ਰੁਪਏ ਦੀ ਮਾਲੀ ਸਹਾਇਤਾ ਕੀਤੀ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨਾਲ ਕਿਤਨਾ ਪਿਆਰ ਕਰਦੇ ਸਨ। ਇੱਥੋਂ ਤੱਕ ਕਿ ਸ਼ਾਹੂ ਜੀ ਮਹਾਰਾਜ ਬੰਬਈ ਦੀਆਂ ਤੰਗ ਗਲੀਆਂ ਵਿੱਚੋਂ ਪੈਦਲ ਚੱਲ ਕੇ ਬਾਬਾ ਸਾਹਿਬ ਨੂੰ ਮਿਲਿਆ ਕਰਦੇ ਸਨ ਅਤੇ ਉਹਨਾਂ ਪਾਸ ਬੈਠ ਕੇ ਚਾਹ ਦਾ ਕੱਪ ਪੀਆ ਕਰਦੇ ਸਨ। ਸ਼ਾਹੂ ਜੀ ਮਹਾਰਾਜ ਨੇ ਛੂਆ-ਛਾਤ ਨੂੰ ਖਤਮ ਕਰਨ ਵਾਸਤੇ ਬਹੁਤ ਮਹਾਨ ਯਤਨ ਕੀਤੇ। ਆਦੀਵਾਸੀ ਜੰਗਲੀ ਜਾਤੀਆਂ ਨੂੰ ਸ਼ਾਹੂ ਜੀ ਮਹਾਰਾਜ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਾਇਆ। ਉਹਨਾਂ ਪਾਸ ਆਪ ਜੰਗਲਾਂ ਵਿੱਚ ਜਾ ਕੇ ਸਮਝਾਉਂਦੇ ਸਨ। ਇਹਨਾਂ ਆਦਿਵਾਸੀ ਜਾਤੀਆਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਨੇ ਸਕੂਲ ਖੋਲ੍ਹੇ। ਉਹਨਾਂ ਨੂੰ ਸਿੱਖਿਆ ਦੇ ਕੇ ਆਪਣੇ ਰਾਜ ਪ੍ਰਬੰਧ ਦੀ ਰਾਜ ਪ੍ਰਣਾਲੀ ਵਿੱਚ ਨੌਕਰੀਆਂ ਵਿੱਚ ਭਰਤੀ ਕੀਤਾ। ਆਦੀਵਾਸੀ ਜਾਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਇੱਕ ਯੁੱਗ ਕਾਰਜ ਸ਼ਾਹੂ ਜੀ ਮਹਾਰਾਜ ਨੇ ਆਪਣੇ ਰਾਜ ਪ੍ਰਬੰਧ ਵਿੱਚ ਕਰਕੇ ਇੱਕ ਬਹੁਤ ਹੀ ਇਤਿਹਾਸਕ ਮਹਾਨ ਕਾਰਜ ਕੀਤਾ। ਸ਼ਾਹੂ ਜੀ ਮਹਾਰਾਜ ਆਮ ਮਹਾਰਾਜਿਆਂ ਦੀ ਤਰ੍ਹਾਂ ਐਸ਼ੋ ਆਰਾਮ ਦੀ ਜ਼ਿੰਦਗੀ ਤੋਂ ਦੂਰ ਰਹੇ। ਬਹੁਜਨ ਸਮਾਜ ਨੂੰ ਬੇਇੱਜ਼ਤ ਕਰਨ ਵਾਲੇ ਬ੍ਰਾਹਮਣੀ ਧਰਮ ਦੇ ਵਿਰੁੱਧ ਸ਼ਾਹੂ ਜੀ ਮਹਾਰਾਜ ਜੀ ਨੇ ਜੀਵਨ ਭਰ ਸੰਘਰਸ਼ ਕੀਤਾ। ਬਹੁਜਨ ਸਮਾਜ ਦੇ ਵਿਕਾਸ ਵਾਸਤੇ ਉਹਨਾਂ ਨੇ ਇਤਿਹਾਸਕ ਫੈਸਲੇ ਲਏ, ਕਾਨੂੰਨ ਬਣਾਏ। ਆਪਣੇ ਸਹੀ ਮਹਾਰਾਜਾ ਹੋਣ ਦਾ ਸਹੀ ਇਸਤੇਮਾਲ ਕਰਕੇ ਕੋਲਹਾਪੁਰ ਰਿਆਸਤ ਦੇ ਰਾਜ ਪ੍ਰਬੰਧ ਵਿੱਚ ਸ਼ਾਹੂ ਜੀ ਮਹਾਰਾਜ ਨੇ ਬਹੁਜਨ ਸਮਾਜ ਨੂੰ ਆਪਣੇ ਆਤਮ ਸਨਮਾਨ ਦੇ ਅੰਦੋਲਨ ਚਲਾਉਣ ਦੇ ਕਾਬਲ ਬਣਾਇਆ। ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਸਮਾਜਿਕ, ਰਾਜਨੀਤਿਕ, ਸਿੱਖਿਆ, ਖੇਤੀਬਾੜੀ, ਐਗਰੀਕਲਚਰ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਜੋ ਯੋਗਦਾਨ ਪਾਇਆ ਅਤੇ ਜੋ ਸਨਮਾਨ ਕਮਾਇਆ, ਉਸ ਨੂੰ ਸਨਮਾਨਿਤ ਕਰਦੇ ਹੋਏ ਕਾਨਪੁਰ ਦੇ ਕੁਣਵੀ ਦੇ ਯੋਧਾ ਸਮਾਜ ਜਾਣੀ ਕਿ ਵੋਰੀਅਰ ਕਮਿਊਨਿਟੀ ਵੱਲੋਂ ਸ਼ਾਹੂ ਜੀ ਮਹਾਰਾਜ ਨੂੰ ਰਾਜਾਸ਼ੀ ਦੇ ਜਾਣੀ ਕਿ ਲੋਕ ਰਾਜਾ ਅਵਾਰਡ ਨਾਲ ਸਨਮਾਨਿਆ। ਬਰਤਾਨਵੀ ਸਰਕਾਰ ਵੱਲੋਂ ਵੀ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਕਈਆਂ ਅਵਾਰਡਾਂ ਦੇ ਨਾਲ ਸਨਮਾਨਿਆ ਗਿਆ, ਜਿਸ ਤਰ੍ਹਾਂ ਕਿ ਗ੍ਰੈਂਡ ਕਮਾਂਡਰ ਆਫ ਦੀ ਆਰਡਰ ਆਫ ਸਟਾਰ ਆਫ ਇੰਡੀਆ 1895, ਗ੍ਰੈਂਡ ਕ੍ਰਾਸ ਆਫ ਦਾ ਰਾਇਲ ਵਿਕਟੋਰੀਅਨ ਆਰਡਰ, ਗ੍ਰੈਂਡ ਕਮਾਂਡਰ ਆਫ ਦਾ ਆਰਡਰ ਇੰਡੀਅਨ ਐਮਪਾਇਰ, ਆਨਰ ਡਿਗਰੀ LLD ਕੈਂਬਰਿਜ ਯੂਨੀਵਰਸਿਟੀ ਇੰਗਲੈਂਡ, ਕਿੰਗ ਜੋਰਜ 5ਵੇਂ ਕੋਰੋਨੇਸ਼ਨ ਮੈਡਲ, ਕਿੰਗ ਐਡਵਰਡ 7ਵੇਂ ਕੋਰੋਨੇਸ਼ਨ ਮੈਡਲ। ਇਹਨਾਂ ਅਵਾਰਡਾਂ ਦੇ ਨਾਲ ਬਰਤਾਨੀਆ ਸਰਕਾਰ ਨੇ
ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਸਨਮਾਨਿਆ। ਸਾਥੀਓ, ਇਹ ਸਨ ਲੋਕ ਪ੍ਰਿਯਦਰਸ਼ੀ ਛਤਰਪਤੀ ਸ਼ਾਹੂ ਜੀ ਮਹਾਰਾਜਾ। ਥੋੜ੍ਹੀ ਉਮਰ ਵਿੱਚ ਹੀ ਬਹੁਜਨ ਸਮਾਜ ਦੀ ਭਲਾਈ ਅਤੇ ਵਿਕਾਸ ਦੇ ਲਈ ਮਹਾਨ ਯੁੱਗ ਕਾਰਜ ਕਰਦੇ ਹੋਏ 6 ਮਈ 1922 ਨੂੰ ਇਹ ਬਹੁਜਨ ਕਲਿਆਣ ਦੀ ਹਮਦਰਦ ਜੋਤੀ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਪਰਿਨਿਰਵਾਣ ਹੋ ਗਿਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪਾਸ ਜਦੋਂ ਸ਼ਾਹੂ ਜੀ ਮਹਾਰਾਜ ਦੇ ਪਰਿਨਿਰਵਾਣ ਦੀ ਖਬਰ ਪਹੁੰਚੀ ਤਾਂ ਉਹ ਬਹੁਤ ਹੀ ਦੁਖੀ ਹੋਏ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸ਼ਾਹੂ ਜੀ ਮਹਾਰਾਜ ਦੇ ਵਾਰਿਸ ਪੁੱਤਰ ਰਾਜਾ ਰਾਮ ਨੂੰ ਚਿੱਠੀ ਲਿਖੀ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਜੀ ਦੇ ਪਰਿਨਿਰਵਾਣ ਨਾਲ ਮੈਨੂੰ ਬਹੁਤ ਗਹਿਰਾ ਸਦਮਾ ਲੱਗਿਆ ਹੈ। ਮੈਂ ਆਪਣੇ ਬਹੁਤ ਹੀ ਪਿਆਰੇ ਪਰਮ ਮਿੱਤਰ ਨੂੰ ਖੋ ਦਿੱਤਾ ਹੈ। ਮੈਂ ਆਪਣੇ ਮਿਸ਼ਨ ਦੇ ਕਾਰਵਾਂ ਦੇ ਸਹਿਯੋਗੀ ਬਰਦਾਤਾ ਅਤੇ ਮਸੀਹਾ ਤੋਂ ਵਾਂਝਾ ਹੋ ਗਿਆ ਹਾਂ। ਸਾਥੀਓ, ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਕੋਲਹਾਪੁਰ ਰਿਆਸਤ ਦਾ ਬ੍ਰਾਹਮਣਵਾਦੀ ਚਿਹਰਾ ਬਦਲ ਕੇ ਰੱਖ ਦਿੱਤਾ। ਉਹਨਾਂ ਦੇ ਜੀਵਨ ਦਾ ਇਹ ਮਹਾਨ ਕਾਰਜ ਅੱਜ ਦੇ ਕ੍ਰਾਂਤੀਕਾਰੀਆਂ ਲਈ ਅੱਜ ਵੀ ਪ੍ਰੇਰਨਾਦਾਇਕ ਹੈ। ਕੋਟੀ ਕੋਟੀ ਪ੍ਰਣਾਮ ਪੂਜਨੀਏ ਮਹਾਰਾਜਾ ਛਤਰਪਤੀ ਸ਼ਾਹੂ ਜੀ ਮਹਾਰਾਜ ਜੀ ਨੂੰ। ਆਪ ਸਭ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਬਹੁਜਨ ਸਮਾਜ ਅਤੇ ਸਭ ਭਾਰਤੀਆਂ ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਆਪ ਸਭ ਸਤਿਕਾਰਯੋਗ ਸਾਥੀਆਂ, ਭੈਣਾਂ, ਭਰਾਵਾਂ, ਮਾਤਾਵਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਨਮੋ ਧੰਮਾਏ, ਨਮੋ ਸੰਘਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ, ਭਵਤੁ ਸਭ ਮੰਗਲੰ।